Good morning, students. So, in this lecture of alkane, we are starting with physical properties and some of the chemical reactions of alkanes. So, let us start with physical properties. Physical properties of any organic compound or any compound depends upon mainly upon molecular weight, the size of the molecule, and intermolecular interactions, intermolecular forces. Actually, intermolecular forces जो है they also depend upon the molecular size and molecular weight. और ये तीनों ही एक दूसरे ਨਾਲ इंटरलेटेड है. जिस तरह कि अगर साइज़ बड़ा होएगा तो मॉलिकुलर वेट भी बड़ा होएगा और अगर साइज़ इंक्रीज़ होएगा तो मॉलिकुलर इंटरमॉलिकुलर इंटरेक्शंस भी इंक्रीज़ होंगे. सो द मेन प्रॉपर्टीज़ जो है अल्केन्स या फिजिकल प्रॉपर्टीज़ ਉਹਨਾਂ ਵਿੱਚੋਂ ਜੋ ਅਸੀਂ ਮੇਨ ਸਟੱਡੀ ਕਰ ਰਹੇ ਹਾਂ. ਦ ਫਰਸਟ ਵਨ ਇਜ਼ ਫਿਜ਼ੀਕਲ ਸਟੇਟ, that in what state this compound will exist naturally, whether it is in the gaseous phase, solid phase, or in liquid phase. So we know methane, ethane, etc. they exist in the gaseous phase. So starting molecules of alkanes with carbon from 1 to 4 carbon atoms, they are in the gaseous phase. So means methane, ethane, propane, butane, they are in gaseous form. Next members of alkane series, starting from carbon number 5 to 17 carbons, they exist in liquid form, and higher members they are in the solid form, right? So again, क्यों है ये वाली स्टेट है गैशियस लिक्विड सॉलिड स्टेट क्यों है? क्योंकि जो जो ਅਸੀਂ ਹਾਇਰ ਮੈਂਬਰ ਵੱਲ ਜਾਵਾਂਗੇ ਤਾਂ ਮੋਲੀਕੂਲਰ ਸਾਈਜ਼ ਇਨਕਰੀਜ਼ ਹੋਏਗਾ, ਸਾਈਜ਼ ਇਨਕਰੀਜ਼ ਹੋਏਗਾ ਤਾਂ ਇੰਟਰਮੋਲੀਕੂਲਰ ਇੰਟਰੈਕਸ਼ਨ ਜਿਹੜੀਆਂ ਉਹ ਵੀ ਇਨਕਰੀਜ਼ ਹੋਣਗੀਆਂ. ਐਂਡ ਵੀ ਨੋ ਕਿ ਔਰ ਜਿਹੜੇ ਅਲਕੇਨਸ ਹੈ ਦੇ ਆਰ ਨॉन पोलर ਮੋਲੀਕਿਊਲਸ. ਕਾਰਬਨ ਹਾਈਡਰੋਜਨ ਬੌਂਡਸ ਨੇ ਸਾਰੇ. ਕਾਰਬਨ ਹਾਈਡਰੋਜਨ ਬੌਂਡ ਦੀ ਜੋ ਪੋਲੈਰਿਟੀ ਹੈ ਉਹ ਆਲਮੋਸਟ ਜ਼ੀਰੋ ਹੁੰਦੀ ਹੈ, ਮਤਲਬ ਆਲਮੋਸਟ ਨॉन पोलर ਹੁੰਦੇ ਨੇ. ਸੋ ਨॉन पोलर ਮੋਲੀਕਿਊਲ ਦੇ ਵਿੱਚ ਆਪਸ ਵਿੱਚ ਜਿਹੜੀ ਫੋਰਸ ਆਫ ਇੰਟਰੈਕਸ਼ਨ ਹੁੰਦੀਆਂ ਉਹ ਵਾਨ ਡਰ ਵਾਲ ਫੋਰਸਿਸ ਹੁੰਦੀਆਂ. ਇਹ ਤੁਸੀਂ ਆਲਰੇਡੀ ਪੜ੍ਹਿਆ ਵੀ ਹੋਇਆ. ਤਾਂ ਵਾਨ ਡਰ ਵਾਲ ਫੋਰਸਿਸ ਜਿਹੜੀ ਦੇ ਡਿਪੈਂਡ ਅਪੋਨ ਦਾ ਸਰਫੇਸ, ਕਿੰਨਾ ਸਰਫੇਸ ਹੈ ਮੋਲੀਕਿਊਲਸ ਦਾ. ਸੋ ਜਿਉਂ ਜਿਉਂ ਅਸੀਂ ਹਾਇਰ ਮੈਂਬਰ ਵੱਲ ਜਾਵਾਂਗੇ ਤਾਂ ਸਾਈਜ਼ ਬੜਾ ਹੋਏਗਾ, ਸਰਫੇਸ ਏਰੀਆ ਬੜਾ ਹੋ ਜਾਏਗਾ, ਤਾਂ ਮੋਲੀਕੂਲਰ ਇੰਟਰੈਕਸ਼ਨਸ ਵੀ ਵੱਧ ਜਾਣਗੀਆਂ. ਜੇ ਮੋਲੀਕੂਲ ਇੱਕ ਦੂਜੇ ਦੇ ਕਲੋਜ਼ ਆਉਣਗੇ, ਜਿਸ ਤਰ੍ਹਾਂ ਇੱਕ ਮੋਲੀਕੂਲ ਹੈ ਨਾ, ਇਹ ਦੂਸਰਾ ਮੋਲੀਕੂਲ ਹੈ, ਅਗਰ ਸਾਈਜ਼ ਬੜਾ ਹੋ ਜਾਏਗਾ ਤਾਂ ਇਹਨਾਂ ਦੇ ਆਪਸ ਵਿੱਚ ਇੰਟਰੈਕਸ਼ਨ ਵੀ ਵਧੀ ਜਾਣਗੀਆਂ. ਜਿਸ ਤਰ੍ਹਾਂ ਕਿ ਅਗਰ ਇਹ ਛੋਟਾ ਮੋਲੀਕੂਲ ਹੈ ਤਾਂ ਇਸ ਦੀ ਇੰਟਰੈਕਸ਼ਨ ਸਿਰਫ ਇੰਨੇ ਪਾਰਟ ਦੀ ਹੋਏਗੀ, ਬਟ ਅਗਰ ਇਹ ਵੀ ਪੂਰਾ ਬੜਾ ਮੋਲੀਕੂਲ ਹੋਏਗਾ ਤਾਂ ਪੂਰੇ ਸਰਫੇਸ ਦੇ ਨਾਲ ਇਹਨਾਂ ਦੀ ਇੰਟਰੈਕਸ਼ਨ ਹੋਏਗੀ. ਤਾਂ ਉਸ ਨਾਲ ਕੀ ਹੋਏਗਾ, ਮੋਲੀਕੂਲਸ ਦੇ ਕਮ ਕਲੋਜ਼ਰ ਟੂ ਈਚ ਅਦਰ. ਸੋ ਫਰੋਮ ਗੈਸ਼ੀਅਸ ਟੂ ਲਿਕੁਇਡ ਐਂਡ ਲਿਕੁਇਡ ਟੂ ਸੋਲਿਡ ਫਾਰਮ. ਠੀਕ ਹੈ. ਦੈਨ ਦ ਸੈਕਿੰਡ ਪ੍ਰੋਪਰਟੀ ਇਜ਼ ਡੈਂਸਿਟੀ, ਕਿ ਐਲਕੇਨਸ ਕਿੰਨੀਆਂ ਕੁ ਡੈਂਸ ਹੁੰਦੀਆਂ, ਕਿੰਨੀਆਂ ਕੁ ਹੈਵੀ ਹੁੰਦੀਆਂ. ਸੋ ਅਗੇਨ ਡੈਂਸਿਟੀ ਡਿਪੈਂਡਸ ਔਨ, ਵੀ ਨੋ ਡੈਂਸਿਟੀ ਇਜ਼ ਇਕੁਅਲ ਟੂ ਮਾਸ ਪਰ ਯੂਨਿਟ ਵੋਲਿਊਮ. ਇੱਕ ਯੂਨਿਟ ਵੋਲਿਊਮ ਵਿੱਚ ਮੋਲੀਕੂਲ ਦਾ ਮਾਸ ਕਿੰਨਾ ਹੈ. ਸੋ ਅਗਰ ਅਸੀਂ ਨੈਕਸਟ ਮੈਂਬਰ ਵੱਲ ਮੂਵ ਕਰਦੇ ਹਾਂ ਤਾਂ ਉਸ ਨਾਲ ਕੀ ਹੋਏਗਾ, ਮੋਲੀਕੂਲਰ ਵੇਟ ਵਧੇਗਾ, ਮੋਲੀਕੂਲਰ ਸਾਈਜ਼ ਵੀ ਵਧੇਗਾ. ਤਾਂ ਡੈਂਸਿਟੀ ਓਵਰਆਲ ਵੱਧਦੀ ਹੈ ਕਿਉਂਕਿ ਵੇਟ ਜ਼ਿਆਦਾ ਵੱਧਦਾ ਹੈ, ਵੋਲਿਊਮ ਉਹਨਾਂ ਦਾ ਨਹੀਂ ਵੱਧਦਾ ਹੈਗਾ. ਠੀਕ ਹੈ. ਤਾਂ ਵੇਟ ਜ਼ਿਆਦਾ ਵੱਧਦਾ ਤਾਂ ਡੈਂਸਿਟੀ ਵੀ ਇਨਕਰੀਜ਼ ਹੋਏਗੀ, ਰੀਚਿੰਗ ਅਪ ਟੂ ਏ ਲਿਮਿਟਿੰਗ ਵੈਲਿਊ ਆਫ 0.8 ਗ੍ਰਾਮ ਪਰ ml. ਤਾਂ ਇੱਥੇ ਤੱਕ ਮੈਕਸਿਮਮ ਡੈਂਸਿਟੀ ਜਾਂਦੀ ਹੈ. ਸੌਰੀ. ਠੀਕ ਹੈ. तो अगर आप इसको कंपेयर करिए विद डेंसिटी ऑफ वाटर, जिसकी डेंसिटी 0.99 समथिंग 0.98 समथिंग होंगी है, जिसनों असी प्रैक्टिकल पर्पज़ लिए न्यूमेरिकल पर्पज़ लिए 1 ग्राम पर ml लेने हैं. सो ऑबवियस है दिस इज़ 1 ग्राम पर ml, दिस इज़ 0.8 ग्राम पर ml. तो ये वाटर तो लाइटर हो गया, या वी कैन से कि वाटर जो है ना तो हैवी हो गया. इसका मतलब अगर असी एक बीकर दे विच वाटर है और उसदे च असी एल्केन्स पाने हैं, एल्केन कोई भी गैस चलो छोड़ दो, लिक्विड पाने क्योंकि वाटर भी लिक्विड है, तो वाटर नीचे आ जाएगा और एल्केन्स ऊपर आ जाएंगे. ठीक है. और एल्केन्स अगर तुहानूं पता हो कि जिहड़े लिक्विड एल्केन्स हुंदे ने या गैशियस एल्केन्स हुंदे ने, ਉਹ ਪੈਟਰੋਲੀਅਮ ਦੀ ਰਿਫਾਈਨਿੰਗ ਵਿੱਚ ਸਾਡੇ ਕੋਲ ਨਿਕਲਦੇ ਨੇ. ਜਦੋਂ ਅਸੀਂ ਪੈਟਰੋਲੀਅਮ ਨਿਕਾਲਦੇ ਹਾਂ ਅਰਥ ਕਰਸਟ ਵਿੱਚੋਂ ਤਾਂ ਉਹਨਾਂ ਵਿੱਚੋਂ ਕਈ ਫਰੈਕਸ਼ਨਸ ਨਿਕਲਦੀਆਂ ਨੇ. ਪੈਟਰੋਲ ਹੈ ਨਾ, ਡੀਜ਼ਲ, ਕੈਰੋਸਿਨ ਆਇਲ, ਕੋਲ ਟਾਰ ਐਟਸੈਕਟਰਾ. ਸੋ ਪੈਟਰੋਲੀਅਮ ਦੀ ਰਿਫਾਈਨਿੰਗ 'ਚ ਨਿਕਲਦੀਆਂ. ਤਾਂ ਜਿਹੜੇ ਲਿਕੁਇਡ ਐਲਕੇਨਸ ਨੇ, ਅਗਰ ਆਪਾਂ ਇਹਨੂੰ ਵਾਟਰ ਵਿੱਚ ਪਾਵਾਂਗੇ ਤਾਂ ਜਿਵੇਂ ਪੈਟਰੋਲ ਡੀਜ਼ਲ ਵਗੈਰਾ ਹੈ ਤਾਂ ਵਾਟਰ ਨੀਚੇ ਹੋ ਜਾਏਗਾ, ਐਲਕੇਨਸ ਉੱਪਰ ਹੋ ਜਾਣਗੇ. ਪੈਟਰੋਲ ਜਿਹੜਾ ਹੈ ਜਾਂ ਡੀਜ਼ਲ ਜਿਹੜਾ ਹੈ ਉਹ ਵਾਟਰ ਤੋਂ ਲਾਈਟ ਹੁੰਦੇ ਹੈ. ਠੀਕ ਹੈ. ਇਸ ਕਰਕੇ ਆਪਾਂ ਜਦੋਂ ਐਲਕੇਨਸ ਬਣਾਉਂਦੇ ਹਾਂ ਤਾਂ ਵਾਟਰ ਦੇ ਟੱਬ ਦੇ ਵਿੱਚ ਵਾਟਰ ਪਾ ਕੇ ਉਹਦੇ ਵਿੱਚ ਬੀਕਰ ਇਨਵਰਟ ਕਰ ਲੈਂਦੇ ਹਾਂ, ਤਾਂ ਉਹ ਬੀਕਰ ਦੇ ਵਿੱਚ ਐਲਕੇਨ ਕਲੈਕਟ ਹੋ ਜਾਏਗੀ, ਵਾਟਰ ਉਹਦੇ ਵਿੱਚ ਮਿਕਸ ਨਹੀਂ ਹੋਏਗਾ. ਦੈਨ ਦ ਨੈਕਸਟ ਪ੍ਰੋਪਰਟੀ ਇਜ਼ ਸੋਲਿਬਿਲਿਟੀ, ਕਿ ਐਲਕੇਨਸ ਕਿਹੜੇ ਸੋਲਵੈਂਟ ਵਿੱਚ ਡਿਜ਼ੋਲਵ ਹੁੰਦੇ ਨੇ. ਤਾਂ ਜਦੋਂ ਵੀ ਅਸੀਂ ਸੋਲਿਬਿਲਿਟੀ ਡਿਸਕਸ ਕਰਦੇ ਹਾਂ ਤਾਂ ਵਨ ਥਿੰਗ ਹੈਜ਼ ਟੂ ਬੀ ਕੈਪਟ ਇਨ ਮਾਈਂਡ, that like dissolve like means what type of molecule it is.
So it will dissolve in the similar type of the molecule. Similar means whether the molecules are polar, then they will dissolve in polar solvent readily, and if the compound is non-polar, then they prefer to dissolve in non-polar solvents. So ਹੁਣ now coming to alkanes, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਕਾਰਬਨ ਕਾਰਬਨ ਬੌਂਡਸ ਹੈ, ਕਾਰਬਨ ਹਾਈਡਰੋਜਨ ਬੌਂਡਸ ਹੈ, ਸਿੰਗਲ ਬੌਂਡਸ ਨੇ, ਤਾਂ ਇਹ ਬੌਂਡ ਦੀ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਬਹੁਤ ਘੱਟ ਹੈ ਐਟਮਸ ਦਾ, ਤਾਂ ਬੌਂਡਸ ਆਰ ਆਲਮੋਸਟ ਨੋਨ ਪੋਲਰ ਬੌਂਡਸ. So they dissolve more in non-polar solvents like ether, carbon tetrachloride, benzene etc. ठीक है, क्योंकि ਇਹ ਖੁਦ ਨੋਨ ਪੋਲਰ ਹੈ ਔਰ ਇਹ ਕਿਉਂਕਿ ਬਹੁਤ ਘੱਟ ਰਿਐਕਟਿਵ ਹੈ. ਮੈਂ ਤਾਂ ਚੈਪਟਰ ਦੇ ਸਟਾਰਟ ਵਿੱਚ ਵੀ ਦੱਸਿਆ ਸੀ ਕਿ ਅਸੀਂ ਇਹਨਾਂ ਨੂੰ ਪੈਰਾਫਿਨਸ ਕਹਿੰਦੇ ਹਾਂ, ਬਹੁਤ ਹੀ ਘੱਟ ਰਿਐਕਟਿਵ ਹੁੰਦੇ ਆ. ਸੋ ਅਗਰ ਕੋਈ ਕੰਪਾਊਂਡ ਬਹੁਤ ਘੱਟ ਰਿਐਕਟਿਵ ਹੈ ਦੂਸਰੇ ਕੰਪਾਊਂਡਸ ਨਾਲ ਔਰ ਉਹਨਾਂ ਵਿੱਚ ਕਾਫੀ ਕੰਪਾਊਂਡ ਡਿਜ਼ੋਲਵ ਵੀ ਹੋ ਸਕਦੇ ਆ, ਦੈਨ ਦੇ ਕੈਨ ਬੀ ਯੂਜ਼ਡ ਐਜ਼ ਸੋਲਵੈਂਟ. So for this property, alkanes themselves can be used as non-polar solvents. ठीक है. Then coming to their physical property, that is boiling point. So अगर ਅਸੀਂ ਇਹ ਵਾਲੇ alkanes ਦੀ ਗੱਲ ਕਰ ਰਹੇ ਹਾਂ ਜਿਹੜੇ ਕਿ liquids ਹੁੰਦੇ ਨੇ, ਤਾਂ ਅਗਰ ਉਹਨਾਂ ਦਾ ਬੋਇਲ ਕਰਨਾ ਹੈ, ਬੋਇਲ ਕਰਕੇ ਕੀ ਹੋ ਜਾਂਦੇ ਲਿਕੁਇਡ ਗੈਸ ਫੇਜ਼ ਵਿੱਚ ਕਨਵਰਟ ਹੋ ਜਾਂਦੇ ਆ. ਜਿਵੇਂ ਆਪਾਂ ਪਾਣੀ ਨੂੰ ਗਰਮ ਕਰਦੇ ਹਾਂ, ਬੋਇਲ ਕਰਦੇ ਹਾਂ, ਤਾਂ ਵਾਟਰ ਸਟੀਮ ਵਿੱਚ ਕਨਵਰਟ ਹੋ ਜਾਂਦਾ. ਸੋ ਲਿਕੁਇਡ ਟੂ ਗੈਸ਼ੀਅਸ ਫੇਜ਼. ਓਬਵੀਅਸ ਹੈ ਕਿ ਉਸਦੇ ਵਿੱਚ ਜਿਹੜੇ ਮੋਲੀਕਿਊਲਸ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਮੰਨ ਲਓ ਇੰਟਰੈਕਸ਼ਨ ਹੈ, ਇਹ ਵਾਲੀ ਇੰਟਰੈਕਸ਼ਨ ਇਹਨਾਂ ਨੂੰ ਬ੍ਰੇਕ ਕਰਕੇ ਜਦੋਂ ਅਸੀਂ ਹੀਟ ਕਰਦੇ ਹਾਂ ਤਾਂ ਮੋਲੀਕਿਊਲਸ ਦੂਰ ਦੂਰ ਹੋ ਜਾਂਦੇ ਆ, ਗੈਸ਼ੀਅਸ ਫੇਜ਼ ਵਿੱਚ ਕਨਵਰਟ ਹੁੰਦੇ ਆ. ਸੋ ਵੀ ਹੈਵ ਟੂ ਬ੍ਰੇਕ ਥੀਸ ਇੰਟਰਮੋਲੀਕੂਲਰ ਫੋਰਸਿਸ. ਸੋ ਬੋਇਲਿੰਗ ਪੁਆਇੰਟ ਜਿਹੜਾ ਹੈ ਦੈਟ ਇਜ਼ ਅ ਮੇਜਰ ਆਫ ਇੰਟਰਮੋਲੀਕੂਲਰ ਫੋਰਸਿਸ. ਕਿੰਨੀਆਂ ਕੁ ਸਟਰੋਂਗ ਨੇ, ਜਿੰਨੀਆਂ ਮੋਲੀਕੂਲਰ ਫੋਰਸਿਸ ਜ਼ਿਆਦਾ ਸਟਰੋਂਗ ਹੋਣਗੀਆਂ ਉਨਾ ਹੀ ਉਹਨੂੰ ਹੀਟ ਕਰਨ ਲਈ, ਉਹਨੂੰ ਬ੍ਰੇਕ ਕਰਨ ਲਈ ਵੀ ਹੈਵ ਟੂ ਨੀਡ ਹਾਈ ਟੈਂਪਰੇਚਰ, ਤਾਂ ਉਹਨਾਂ ਦਾ ਬੋਇਲਿੰਗ ਪੁਆਇੰਟ ਜ਼ਿਆਦਾ ਹੋਏਗਾ. ਸੋ ਅਗਰ ਆਪਾਂ ਐਲਕੇਨਸ ਦੀ ਗੱਲ ਕਰੀਏ, ਮੈਂ ਤੁਹਾਨੂੰ ਦੱਸਿਆ ਸੀ ਕਿ ਨੋਨ ਪੋਲਰ ਮੋਲੀਕਿਊਲਸ ਹੈ ਔਰ ਨੋਨ ਪੋਲਰ ਮੋਲੀਕਿਊਲਸ ਦੇ ਵਿੱਚ ਜਿਹੜੀ ਫੋਰਸਿਸ ਹੁੰਦੀਆਂ ਨੇ ਇੰਟਰਮੋਲੀਕੂਲਰ ਫੋਰਸਿਸ, ਦੇ ਆਰ ਕਾਲਡ ਵਾਨ ਡਰ ਵਾਲ ਫੋਰਸਿਸ. ਇਹ ਇੰਟਰਮੋਲੀਕੂਲਰ ਫੋਰਸਿਸ ਦੀ ਸਭ ਤੋਂ ਵੀਕੈਸਟ ਇੰਟਰੈਕਸ਼ਨਸ ਨੇ. ਹਾਲਾਂਕਿ ਬਹੁਤ ਵੀਕ ਹੁੰਦੀਆਂ ਨੇ, ਬਟ ਫਿਰ ਵੀ ਇਹਨਾਂ ਦੀ ਜਿਹੜੀ ਫੋਰਸਿਸ ਦੀ ਜਿਹੜੀ ਸਟਰੈਂਥ ਹੈ, ਇੰਟੈਂਸਿਟੀ ਹੈ, ਦੈਟ ਵਿਲ ਇਨਕਰੀਜ਼ ਵਿਦ ਇਨਕਰੀਜ਼ ਇਨ ਮੋਲੀਕੂਲਰ ਸਾਈਜ਼, ਜਾਂ ਅਸੀਂ ਕਹਿ ਸਕਦੇ ਹਾਂ ਵਿਦ ਇਨਕਰੀਜ਼ ਇਨ ਸਰਫੇਸ ਏਰੀਆ. ਜਿੰਨਾ ਸਰਫੇਸ ਏਰੀਆ ਦੋ ਮੋਲੀਕਿਊਲਸ ਦਾ ਜ਼ਿਆਦਾ ਹੋਏਗਾ, ਉਹਨਾਂ ਇੱਥੋਂ ਔਰ ਇੱਥੋਂ ਆਪਸ ਵਿੱਚ ਇੰਟਰੈਕਸ਼ਨ ਹੋ ਜਾਣਗੀਆਂ. ਅਗਰ ਸਰਫੇਸ ਏਰੀਆ ਛੋਟਾ ਹੈ, ਜਿਵੇਂ ਇਹ ਸਰਫੇਸ ਏਰੀਆ, ਤਾਂ ਇੱਥੇ ਇੰਟਰੈਕਸ਼ਨ ਘੱਟ ਹੋਏਗੀ, ਚਾਹੇ ਪਿੱਛੇ ਮੋਲੀਕਿਊਲ ਬੜਾ ਹੈ. ਠੀਕ ਹੈ. ਸੋ ਇਸ ਦਾ ਮਤਲਬ ਕੀ ਹੈ ਕਿ ਅਗਰ ਵਾਨ ਡਰ ਵਾਲ ਫੋਰਸਿਸ ਸਟਰੋਂਗ ਹੈ ਤਾਂ ਬੋਇਲਿੰਗ ਪੁਆਇੰਟ ਹਾਈ ਹੋਣਗੇ. ਸੋ ਅਗਰ ਅਸੀਂ ਜਿਸ ਤਰ੍ਹਾਂ ਹੁਣ ਬਿਊਟੇਨ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਇਹ ਕਿ ਜੋ ਅਸੀਂ ਹਾਇਰ ਮੈਂਬਰ ਵੱਲ ਜਾਂਦੇ ਹਾਂ ਤਾਂ ਉਹਨਾਂ ਦਾ ਮੋਲੀਕੂਲਰ ਵੇਟ ਅਤੇ ਮੋਲੀਕੂਲਰ ਸਾਈਜ਼ ਵਧੀਆ ਆਏਗਾ, ਤਾਂ ਉਹਨਾਂ ਦੇ ਵਾਨ ਡਰ ਵਾਲ ਫੋਰਸਿਸ ਵਧੀ ਜਾਣਗੀਆਂ ਔਰ ਬੋਇਲਿੰਗ ਪੁਆਇੰਟ ਇਨਕਰੀਜ਼ ਹੋ ਜਾਏਗਾ. ਸੋ ਦੇਅਰ ਵਿਲ ਬੀ ਅ ਰੈਗੂਲਰ ਇਨਕਰੀਜ਼ ਇਨ ਬੋਇਲਿੰਗ ਪੁਆਇੰਟ ਐਜ਼ ਵੀ ਮੂਵ ਫਰੋਮ ਲੋਅਰ ਮੈਂਬਰ ਟੂ ਹਾਇਰ ਮੈਂਬਰ. ਬਟ ਹਾਇਰ ਮੈਂਬਰਸ ਦੇ ਵਿੱਚ ਸਾਨੂੰ ਪਤਾ ਕਈ ਆਈਸੋਮਰਸ ਬਣ ਜਾਂਦੇ ਆ, ਜਿਸ ਤਰ੍ਹਾਂ ਕਿ ਬਿਊਟੇਨ ਦੇ ਕੇਸ ਵਿੱਚ ਵੀ ਕੈਨ ਸੀ ਨੋਰਮਲ ਬਿਊਟੇਨ ਐਂਡ 1 2 3 4. ਮੈਂ ਪੈਂਟੇਨ ਦੀ ਐਗਜ਼ਾਮਪਲ ਲਿੱਤੀ ਹੈ, 1 2 3 4 5 ਹੈ ਨਾ, ਚਲੋ 5 ਲੈ ਲੈਂਦੇ ਹਾਂ. ਸੋ ਨੋਰਮਲ ਪੈਂਟੇਨ ਐਂਡ 1 2 3 4 5 ਆਈਸੋ ਪੈਂਟੇਨ. ਤਾਂ ਨੋਰਮਲ ਤੋਂ ਜਦੋਂ ਅਸੀਂ ਆਈਸੋ ਵੱਲ ਜਾਂਦੇ ਹਾਂ ਜਾਂ ਆਈਸੋ ਤੋਂ ਨੀਓ ਵੱਲ ਜਾਂਦੇ ਹਾਂ, ਤਾਂ ਉਹਦੇ ਨਾਲ ਬੇਟਾ ਕੀ ਹੁੰਦਾ ਕਿ ਬ੍ਰਾਂਚਿੰਗ ਹੋਣ ਲੱਗ ਜਾਂਦੀ ਹੈ, ਤਾਂ ਬ੍ਰਾਂਚਿੰਗ ਹੋਣ ਨਾਲ ਸਰਫੇਸ ਏਰੀਆ ਡਿਕਰੀਜ਼ ਹੋ ਜਾਏਗਾ, ਹੈ ਨਾ. ਸੋ ਜਦੋਂ ਬ੍ਰਾਂਚ ਹੈ ਮੋਲੀਕਿਊਲ, ਸਰਫੇਸ ਏਰੀਆ ਡਿਕਰੀਜ਼ ਹੋ ਜਾਏਗਾ. ਅਗਰ ਸਰਫੇਸ ਏਰੀਆ ਡਿਕਰੀਜ਼ ਹੋ ਜਾਏਗਾ ਤਾਂ ਓਬਵੀਅਸ ਹੈ ਵਾਨ ਡਰ ਵਾਲ ਫੋਰਸਿਸ ਵੀ ਡਿਕਰੀਜ਼ ਹੋ ਜਾਣਗੀਆਂ. ਸੋ ਅਗਰ ਵਾਨ ਡਰ ਵਾਲ ਫੋਰਸਿਸ ਵੀਕ ਹੈ ਤਾਂ ਵੀ ਹੈਵ ਟੂ ਸਪਲਾਈ ਵੈਰੀ ਕੰਪੈਰੇਟਿਵਲੀ ਲੋ ਟੈਂਪਰੇਚਰ, ਤਾਂ ਕਿ ਮੋਲੀਕਿਊਲਸ ਦੀਆਂ ਇੰਟਰਮੋਲੀਕੂਲਰ ਫੋਰਸਿਸ ਬ੍ਰੇਕ ਹੋ ਕੇ ਲਿਕੁਇਡ ਤੋਂ ਗੈਸ ਫਾਰਮ ਵਿੱਚ ਬਣ ਜੇ, ਤਾਂ ਉਹਨਾਂ ਦਾ ਬੋਇਲਿੰਗ ਪੁਆਇੰਟ ਵੀ ਡਿਕਰੀਜ਼ ਹੋ ਜਾਏਗਾ. ਸੋ ਓਬਵੀਅਸ ਹੈ ਕਿ ਅਗਰ ਅਸੀਂ ਇੱਕ ਪਰਟੀਕੂਲਰ ਫਾਰਮੂਲਾ ਲੈ ਰਹੇ ਹਾਂ ਤਾਂ ਉਹਦੇ ਵਿੱਚ ਜਿੰਨੀ ਬ੍ਰਾਂਚਿੰਗ ਜ਼ਿਆਦਾ ਹੋਏਗੀ ਉਨਾ ਹੀ ਬੋਇਲਿੰਗ ਪੁਆਇੰਟ ਘੱਟ ਹੋਏਗਾ. ਸੋ ਨੀਓਪੈਂਟੇਨ will have lower boiling point than isopentane, which will have lower boiling point than normal pentane. ठीक है. इसी तरह ही अगर ਅਸੀਂ ਹਾਇਰ ਮੈਂਬਰਸ ਦੀ ਗੱਲ ਕਰਦੇ ਹਾਂ ਤਾਂ ਨੀਓ ਦਾ ਬੋਇਲਿੰਗ ਪੁਆਇੰਟ ਹਮੇਸ਼ਾ ਹੀ ਘੱਟ ਹੋਏਗਾ. ਠੀਕ ਹੈ. ਸੋ ਅਦਰਵਾਈਜ਼ ਆਪਾਂ ਸੋਚਦੇ ਹਾਂ ਕਿ ਫਰੋਮ ਲੋਅਰ ਮੈਂਬਰ ਟੂ ਹਾਇਰ ਮੈਂਬਰ ਜਾਂਦੇ ਤਾਂ ਉਸ ਦੇ ਕੇਸ ਵਿੱਚ ਕੀ ਹੋਏਗਾ, ਹਮੇਸ਼ਾ ਬੋਇਲਿੰਗ ਪੁਆਇੰਟ ਇਨਕਰੀਜ਼ ਹੋਏਗਾ. ਬਟ ਅਮੰਗ ਦਾ ਆਈਸੋਮੈਰਿਕ ਐਲਕੇਨਸ, ਇੱਕੋ ਹੀ ਮੋਲੀਕੂਲਰ ਫਾਰਮੂਲਾ ਦੇ ਆਈਸੋਮਰਸ ਦੇ ਵਿੱਚ ਨੀਓ ਦਾ ਬੋਇਲਿੰਗ ਪੁਆਇੰਟ ਘੱਟ ਹੋਏਗਾ, then iso और normal ਦਾ ਸਭ ਤੋਂ ਜ਼ਿਆਦਾ ਹੋਏਗਾ. then coming to melting point, those alkanes which exist in the solid form, ਕਿਉਂਕਿ solid ਹੈ ਤਾਂ ਅਸੀਂ ਉਹਨਾਂ ਨੂੰ ਸਿਰਫ ਮੈਲਟ ਕਰਦੇ ਹਾਂ, ਪਹਿਲਾਂ solid form ਨੂੰ ਮੈਲਟ ਕਰਕੇ ਲਿਕੁਇਡ ਫਾਰਮ ਵਿੱਚ ਲੈ ਕੇ ਆਉਂਦੇ ਹਾਂ, ਹੈ ਨਾ. ਤਾਂ ਜਿਸ ਟੈਂਪਰੇਚਰ 'ਤੇ ਹੁੰਦਾ ਹੈ ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਉਹਨਾਂ ਦਾ ਮੈਲਟਿੰਗ ਪੁਆਇੰਟ. ਸੋਲਿਡ ਕੇਸ ਵਿੱਚ ਮੈਲਟਿੰਗ ਪੁਆਇੰਟ ਕਿਸ 'ਤੇ ਡਿਪੈਂਡ ਕਰਦਾ ਕਿ ਸੋਲਿਡ ਵਿੱਚ ਜਿਹੜੀ ਹੈ ਕ੍ਰਿਸਟਲਾਈਨ ਪੈਕਿੰਗ ਹੁੰਦੀ ਹੈ ਨਾ. ਸੋਲਿਡ ਸਟੇਟ ਤੁਸੀਂ ਪੜ੍ਹੀ ਹੋਈ ਹੈ, ਕ੍ਰਿਸਟਲਾਈਨ ਪੈਕਿੰਗ.
ਹੁਣ ਮੋਲੀਕਿਊਲ ਸੋਲਿਡ ਸਟੇਟ ਵਿੱਚ ਜਿੰਨੇ ਜ਼ਿਆਦਾ ਅੱਛੇ ਤਰੀਕੇ ਨਾਲ ਪੈਕ ਹੋਣਗੇ, ਸੋਲਿਡ ਵਿੱਚ ਜਿੰਨੀ ਅੱਛੀ ਪੈਕਿੰਗ ਹੋਏਗੀ ਉਹਨਾਂ ਦੀ, ਉਸ ਪੈਕਿੰਗ ਉਸ ਇੰਟਰੈਕਸ਼ਨਸ ਨੂੰ, ਜਿਸ ਤਰ੍ਹਾਂ ਕਿ ਮੰਨ ਲਓ ਆਹ ਇੰਟਰੈਕਸ਼ਨ ਹੈ, ਇਹ ਸੋਲਿਡ ਸਟੇਟ ਹੈ, ਤਾਂ ਲਿਕੁਇਡ ਦੇ ਵਿੱਚ ਹੈ ਨਾ ਦੂਰ ਦੂਰ ਹੋ ਜਾਣਗੇ। ਸੋ ਅਸੀਂ ਆਹ ਵਾਲੀ ਫੋਰਸਿਸ ਨੂੰ ਬ੍ਰੇਕ ਕਰਨਾ, ਅਗੇਨ ਇੰਟਰਮੋਲੀਕੂਲਰ ਫੋਰਸਿਸ, ਜਿਹੜੀ ਕਿ ਪੈਕਿੰਗ ਅਗਰ ਸਟਰੋਂਗ ਹੈ ਤਾਂ ਫੋਰਸਿਸ ਸਟਰੋਂਗ ਨੇ, ਦੈਨ ਵੀ ਹੈਵ ਟੂ ਸਪਲਾਈ ਹਾਈ ਟੈਂਪਰੇਚਰ, ਤਾਂ ਮੈਲਟਿੰਗ ਪੁਆਇੰਟ ਉਹਨਾਂ ਦਾ ਜ਼ਿਆਦਾ ਹੋਏਗਾ। ਸੋ ਮੇਨਲੀ ਡਿਪੈਂਡਸ ਔਨ crystalline packing of the molecules. So in case of alkanes, ਇਹਦੇ ਵਿੱਚ no regular pattern of melting point is observed. ਜਿਵੇਂ ਕਿ ਮੈਂ ਤੁਹਾਨੂੰ ਬੋਇਲਿੰਗ ਪੁਆਇੰਟਸ ਕਿਹਾ ਸੀ ਕਿ ਰੈਗੂਲਰ ਇਨਕਰੀਜ਼ ਹੋ ਰਿਹਾ ਹੈ, ਮੀਥੇਨ ਟੂ ਈਥੇਨ, ਈਥੇਨ ਟੂ ਪ੍ਰੋਪੇਨ, ਬੋਇਲਿੰਗ ਪੁਆਇੰਟ ਇਨਕਰੀਜ਼ ਹੋ ਰਿਹਾ ਰੈਗੂਲਰਲੀ, ਤੇ ਇੱਕ ਰੈਗੂਲਰ ਪੈਟਰਨ ਸੀ, ਬਟ ਇਸ ਵਿੱਚ ਕੋਈ ਰੈਗੂਲਰ ਪੈਟਰਨ ਨਹੀਂ ਹੈ। ਸੋ ਪੈਟਰਨ ਇਹਦੇ 'ਚ ਮਤਲਬ ਅਸੀਂ ਕੀ ਓਬਜ਼ਰਵ ਕਰ ਰਹੇ ਹਾਂ ਕਿ ਐਲਕੇਨਸ ਕੰਟੇਨਿੰਗ even number of carbon atoms, they have higher boiling point। ਮੰਨ ਲਓ ਇਸ ਦੇ ਵਿੱਚ ਜਿਹੜੇ ਕਾਰਬਨ ਐਟਮ ਦਾ ਨੰਬਰ n ਹੈ, ਤਾਂ ਇਸ ਦਾ ਬੋਇਲਿੰਗ ਪੁਆਇੰਟ ਹਾਈ ਹੋਏਗਾ ਦੈਨ odd number of carbon atom alkane। immediately its next member ਜਿਹੜਾ ਹੈ ਮੀਨਸ ਜਿਸ ਵਿੱਚ ਕਾਰਬਨ ਐਟਮ ਦਾ ਨੰਬਰ ਇੱਕ ਜ਼ਿਆਦਾ ਹੈ, ਔਰ ਈਵਨ odd number of carbon atom ਜਿਸ ਦੇ ਵਿੱਚ ਕਾਰਬਨ ਐਟਮ ਦਾ ਨੰਬਰ ਇਸ ਤੋਂ ਇੱਕ ਘੱਟ ਹੈ। ਜਿਸ ਤਰ੍ਹਾਂ ਕਿ ਮੈਂ ਐਗਜ਼ਾਮਪਲ ਲਵਾਂ, ਲੈਟ ਅਸ ਸੇ ਕਿ C4H10 ਹੈ ਨਾ, ਬਿਊਟੇਨ, ਮੈਂ ਨੋਰਮਲ ਬਿਊਟੇਨ ਦੀ ਗੱਲ ਕਰ ਰਹੀ ਹਾਂ, ਤਾਂ ਨੋਰਮਲ ਬਿਊਟੇਨ ਦਾ ਮੈਲਟਿੰਗ ਪੁਆਇੰਟ ਜਿਹੜਾ ਹੈ ਨੋਰਮਲ ਪੈਂਟੇਨ ਨਾਲੋਂ ਵੀ ਜ਼ਿਆਦਾ ਹੋਏਗਾ, immediately higher member containing odd number of carbon atoms and immediately lower member containing odd number of carbon atoms। so even ਵਾਲੀ ਦਾ ਮੈਲਟਿੰਗ ਪੁਆਇੰਟ ਹਮੇਸ਼ਾ ਜ਼ਿਆਦਾ ਹੋਏਗਾ ਇਸ ਤੋਂ ਲੋਅਰ ਮੈਂਬਰ ਦਾ, ਤੇ ਇਸ ਤੋਂ ਹਾਇਰ ਮੈਂਬਰ ਜਿਨ੍ਹਾਂ ਵਿੱਚ odd number of carbon atom ਹੈ। ਸੋ ਆਪਾਂ ਅਗਰ ਦੇਖੀਏ ਤਾਂ ਮੰਨ ਲਓ ਅਦਰ ਐਲਕੇਨ ਦੇ ਵਿੱਚ ਨੰਬਰ ਆਫ ਕਾਰਬਨ ਐਟਮਸ ਦੀ ਗੱਲ ਕਰ ਰਹੇ ਹਾਂ, ਔਰ ਇੱਧਰ ਅਸੀਂ ਮੈਲਟਿੰਗ ਪੁਆਇੰਟ ਦੀ ਗੱਲ ਕਰ ਰਹੇ ਹਾਂ, ਤਾਂ ਮੰਨ ਲਓ ਇੱਥੇ ਕਾਰਬਨ ਐਟਮ 1 ਹੈ ਨਾ, ਆ 1 ਹੈ, ਤਾਂ ਇਹਨਾਂ ਦਾ ਮੈਲਟਿੰਗ ਪੁਆਇੰਟ ਇੱਥੇ ਹੈ। ਕਾਰਬਨ ਨੰਬਰ ਜੇ 2 ਹੈ, 2 ਦਾ ਮੈਲਟਿੰਗ ਪੁਆਇੰਟ ਜ਼ਿਆਦਾ ਹੋਏਗਾ, 3 ਦਾ ਥੋੜ੍ਹਾ ਜਿਹਾ ਘੱਟ ਜਾਏਗਾ, ਕਿਉਂਕਿ ਇਹੀ ਆਪਾਂ ਦੇਖ ਰਹੇ ਹਾਂ। 4 ਦਾ ਫੇਜ਼ ਜ਼ਿਆਦਾ ਹੋ ਜਾਏਗਾ, 5 ਦਾ ਘੱਟ ਜਾਏਗਾ। ਸੋ ਇਸ ਤਰੀਕੇ ਨਾਲ ਮੈਲਟਿੰਗ ਪੁਆਇੰਟ ਦਾ ਪੈਟਰਨ ਨਜ਼ਰ ਆਏਗਾ, ਜਿਹਨੂੰ ਅਸੀਂ ਕਹਿੰਦੇ ਹਾਂ ਆਲਟਰਨੇਸ਼ਨ ਇਫੈਕਟ। ਸੋ ਆਲਟਰਨੇਟ ਹੋ ਰਿਹਾ ਹੈ, ਇੱਕ ਵਾਰੀ ਮੈਲਟਿੰਗ ਪੁਆਇੰਟ ਵੱਧ ਰਿਹਾ ਹੈ, ਇੱਕ ਵਾਰੀ ਘੱਟ ਰਿਹਾ ਹੈ, ਫਿਰ ਵੱਧ ਰਿਹਾ ਹੈ, ਫਿਰ ਘੱਟ ਰਿਹਾ ਹੈ। ਸੋ ਦਿਸ ਪੈਟਰਨ ਇਜ਼ ਆਬਜ਼ਰਵਡ ਇਨ ਕੇਸ ਆਫ ਮੈਲਟਿੰਗ ਪੁਆਇੰਟ। ਔਰ ਰੀਜ਼ਨ ਕੀ ਹੈ, ਔਰ ਈਵਨ ਦੇ ਵਿੱਚ ਹੀ ਮੈਲਟਿੰਗ ਪੁਆਇੰਟ ਜ਼ਿਆਦਾ ਕਿਉਂ ਹੁੰਦਾ ਹੈ? ਕਿਉਂਕਿ ਅਗਰ ਅਸੀਂ ਈਵਨ ਨੰਬਰ ਆਫ ਕਾਰਬਨ ਐਟਮਸ ਦੇਖੀਏ, ਮੰਨ ਲਓ 4 ਕਾਰਬਨ ਦੀ ਗੱਲ ਕਰੀਏ ਮੈਂ, 1 2 3 4 ਹੈ ਨਾ, ਔਰ ਅਗਰ ਮੈਂ 5 ਦੀ ਗੱਲ ਕਰਾਂ 1 2 3 4 5, ਇਸੇ ਤਰ੍ਹਾਂ 3 ਦੀ। ਸੋ ਅਗਰ ਔਡ ਨੰਬਰ ਆਫ ਕਾਰਬਨ ਐਟਮਸ ਹੈ, ਕਿਉਂਕਿ ਤੁਹਾਨੂੰ ਪਤਾ ਹੈ ਐਲਕੇਨ ਦੇ ਕੇਸ ਵਿੱਚ sp3 ਹਾਈਬ੍ਰਿਡੇਸ਼ਨ ਹੁੰਦੀ ਹੈ, ਮੈਂ ਪਹਿਲਾਂ ਦੱਸਿਆ, ਤਾਂ ਉਹਨਾਂ ਦੀ ਸਟਰਕਚਰ ਸ਼ੇਪ ਜਿਹੜੀ ਹੈ ਉਹ ਜ਼ਿਗਜ਼ੈਗ ਮੋਲੀਕਿਊਲ ਹੁੰਦਾ, ਜ਼ਿਗਜ਼ੈਗ, ਠੀਕ ਹੈ। ਤਾਂ ਔਡ ਨੰਬਰ ਵਿੱਚ ਅਗਰ ਦੇਖੀਏ ਤਾਂ ਦੋਨੋਂ ਜਿਹੜੇ ਐਂਡ ਹੈ ਦੇ ਆਰ ਔਨ ਦਾ ਸੇਮ ਸਾਈਡ, ਬਟ ਅਗਰ ਈਵਨ ਦੇ ਵਿੱਚ ਦੇਖੀਏ ਇਹ ਐਂਡ ਇੱਧਰ ਨੀਚੇ ਹੈ ਔਰ ਇਹ ਉੱਪਰ ਹੈ, ਆਪੋਜ਼ਿਟ ਸਾਈਡ ਦੇ ਵਿੱਚ ਹੈ ਦੋਨੋਂ ਐਂਡ। ਸੋ ਜਦੋਂ ਆਪੋਜ਼ਿਟ ਸਾਈਡ ਹੋਏਗੀ ਤਾਂ ਉਸ ਮੋਲੀਕਿਊਲ ਦੀ ਕ੍ਰਿਸਟਲ ਵਿੱਚ ਪੈਕਿੰਗ ਜ਼ਿਆਦਾ ਅੱਛੀ ਹੋਏਗੀ, ਗੁੱਡ ਪੈਕਿੰਗ, ਦੈਨ ਕੋਰਸਪੋਂਡਿੰਗ ਔਡ ਨੰਬਰ ਆਫ ਕਾਰਬਨ ਐਟਮ, ਕਿਉਂਕਿ ਸਿਮੈਟ੍ਰੀਕਲ ਹੈ, ਇੱਕ ਨੀਚੇ ਹੈ, ਇੱਕ ਉੱਪਰ, ਫਿਰ ਇੱਕ ਨੀਚੇ ਅਗਲੀ ਜਿਹੜੀ ਆਏਗੀ, ਅਗਲਾ ਐਲਕੇਨ ਮੋਲੀਕਿਊਲ ਔਰ ਨੀਚੇ ਉੱਪਰ, ਤਾਂ ਇਹਨਾਂ ਦੀ ਆਪਸ ਇੰਟਰੈਕਸ਼ਨ ਅੱਛੀ ਹੋ ਸਕਦੀ ਹੈ ਨਾ, ਇਸ ਤਰੀਕੇ ਨਾਲ। ਤਾਂ ਇਸ ਵਿੱਚ ਪੈਕਿੰਗ ਅੱਛੀ ਹੈ, ਇਸ ਕਰਕੇ ਇਹਦਾ ਮੈਲਟਿੰਗ ਪੁਆਇੰਟ ਜ਼ਿਆਦਾ ਹੋਏਗਾ। C3H8 ਦੇ ਵਿੱਚ ਪੈਕਿੰਗ ਅੱਛੀ ਨਹੀਂ ਹੋਏਗੀ, ਮੈਲਟਿੰਗ ਪੁਆਇੰਟ ਘੱਟ ਹੋਏਗਾ। ਅਗੇਨ C5H12 ਵਿੱਚ ਵੀ ਉਨੀ ਨਹੀਂ ਅੱਛੀ ਹੋਏਗੀ, ਤਾਂ ਉਹਦਾ ਵੀ ਮੈਲਟਿੰਗ ਪੁਆਇੰਟ ਘੱਟ ਹੋਏਗਾ। ਬਟ ਕਿਉਂਕਿ ਇਸ ਵਿੱਚ ਮੋਲੀਕੂਲਰ ਵੇਟ ਵੱਧ ਰਿਹਾ ਹੈ, ਤਾਂ ਉਨਾ ਨਹੀਂ ਘਟੇਗਾ ਜਿੰਨਾ ਪ੍ਰੋਪੇਨ ਦਾ ਹੈ। ਸੋ ਪ੍ਰੋਪੇਨ ਦਾ ਜ਼ਿਆਦਾ ਘੱਟ ਹੋਏਗਾ, ਉਸ ਤੋਂ ਬਾਅਦ ਪੈਂਟੇਨ ਦਾ ਹੋਏਗਾ, ਉਸ ਤੋਂ ਬਾਅਦ ਬਿਊਟੇਨ ਦਾ ਹੋਏਗਾ, ਇਹਦੇ ਵਿੱਚ ਮੈਲਟਿੰਗ ਪੁਆਇੰਟ ਡਿਕਰੀਜ਼ ਘੱਟ ਹੋਏਗਾ। So this is all about physical properties. So now coming to chemical reactions. So alkanes ਹਾਲਾਂਕਿ ਇਹਨਾਂ ਨੂੰ ਅਸੀਂ ਪੈਰਾਫਿਨਸ ਕਹਿੰਦੇ ਹਾਂ। ਪੈਰਾਫਿਨਸ ਮੀਨਸ ਕੰਪਾਊਂਡਸ ਆਫ ਲੋ ਐਫਿਨਿਟੀ, ਕਿਸੇ ਹੋਰ ਨਾਲ ਰਿਐਕਟ ਕਰਨ ਦੀ ਇਹਨਾਂ ਦੀ ਟੈਂਡੈਂਸੀ ਐਫਿਨਿਟੀ ਘੱਟ ਹੈ। ਸੋ ਦੇ ਆਰ ਵੈਰੀ ਲੈਸ ਰਿਐਕਟਿਵ ਅੰਡਰ ordinary conditions, ठीक है, ऑर्डनरी कंडीशंस। बट अगर हाई टेम्परेचर है
ਡਾਰਕ ਕੰਡੀਸ਼ਨ ਦੇ ਵਿੱਚ, ਜਾਂ ਫਿਰ ਇਨ ਪ੍ਰੈਜ਼ੈਂਸ ਆਫ ਸਨਲਾਈਟ। ਇਹ ਕਾਫੀ ਕੁਛ ਰਿਐਕਸ਼ਨ ਸ਼ੋ ਕਰਦੇ ਨੇ। ਤਾਂ ਕੰਡੀਸ਼ਨਸ ਕੀ ਹੈ, ਜਾਂ ਤਾਂ ਸਨਲਾਈਟ ਹੋਏਗੀ, ਯੂਵੀ ਲਾਈਟ ਹੋਏਗੀ, ਯੂਵੀ ਲਾਈਟ ਦੀ એનર્ਜੀ ਬਹੁਤ ਜ਼ਿਆਦਾ ਹੁੰਦੀ ਹੈ, ਜਾਂ ਫਿਰ ਸਾਨੂੰ ਟੈਂਪਰੇਚਰ ਹਾਈ ਮੇਨਟੇਨ ਕਰਨਾ ਪਏਗਾ। ਦੈਨ ਦੇ ਕੈਨ ਸ਼ੋ ਏ ਨੰਬਰ ਆਫ ਰਿਐਕਸ਼ਨਸ। ਸੋ ਉਹਨਾਂ ਰਿਐਕਸ਼ਨਸ ਵਿੱਚੋਂ ਜਿਹੜੇ ਮੇਨ ਰਿਐਕਸ਼ਨ ਨੇ, ਦੇ ਆਰ ਆਫ ਦਾ ਟਾਈਪ ਆਫ ਸਬਸਟੀਟਿਊਸ਼ਨ ਰਿਐਕਸ਼ਨ। ਠੀਕ ਹੈ। ਦੂਸਰਾ ਸਾਡੇ ਕੋਲ ਹੈ ਐਲਕਾਈਲੇਸ਼ਨ ਰਿਐਕਸ਼ਨ, ਇਹ ਆਪਾਂ ਡਿਟੇਲ ਵਿੱਚ ਪੜਾਂਗੇ ਇਹਨਾਂ ਨੂੰ। ਦੈਨ ਥਰਡ ਇਜ਼ ਪਾਇਰੋਲਿਸਿਸ, ਇਹ ਇੰਪੋਰਟੈਂਟ ਹੈ, ਕਈ ਵਾਰ ਐਗਜ਼ਾਮ ਵਿੱਚ ਵੀ ਆਉਂਦਾ ਹੈ ਪਾਇਰੋਲਿਸਿਸ। ਦੈਨ ਇਟ ਇਜ਼ ਕਾਲਡ ਐਰੋਮੇਟਾਈਜੇਸ਼ਨ ਰਿਐਕਸ਼ਨ, insertion reactions, and then isomerization reactions.